तेग बहादुर सिमरिए कर नाम नित आवे ताए। तेग बहादुर सिमरिए कर नाम नित आवे ताए। सतनाम ਧੰਨ ਵਾਹਿਗੁਰੂ ਜੀ। ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਤ ਬਚਾਵੈ। ਛਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨਾ ਲਾਗਨ ਪਾਵੈ। ਰਾਖਤ ਹੈ ਆਪਣੋ ਕਰ ਦੇ ਕਰ पाप समूह ना भेटन पावै। और की बात कहाँ कह तो सौ सो पेट ही के पट बीच बचावै। श्री हर कृष्ण ध्याईऐ जिसा डिठै सब दुख जाए। तेग बहादुर सिमरिया घर नौ निद आवे ताए। तेग बहादुर सिमरिया घर नौ निद आवे ताए। सब थाई होए सहाय। परम सन्मानयोग जुगो जुग अटल तख्त चवर छत्र दे मालिक सतगुरु श्री गुरु ग्रंथ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅਤੇ ਦੇਸ਼ ਵਿਦੇਸ਼ ਦੇ ਅੰਦਰ ਘਰਾਂ ਵਿੱਚ ਬੈਠ ਕੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਕਥਾ ਨੂੰ ਆਪ ਜੀ ਰੋਜ਼ਾਨਾ ਹੀ ਸਰਵਨ ਕਰ ਰਹੇ ਹੋ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਆਗਮਨ ਦਿਵਸ ਨੂੰ ਸਮਰਪਿਤ ਹੋ ਕਰਕੇ ਵਿਸ਼ੇਸ਼ ਤੌਰ 'ਤੇ ਸਿੱਖ ਚੈਨਲ ਵੱਲੋਂ ਕੀਤੇ ਗਏ ਉਪਰਾਲੇ ਦੇ ਕਰਕੇ ਆਪ ਜੀ ਰੋਜ਼ਾਨਾ ਹੀ ਸਤਿਗੁਰ ਮਹਾਰਾਜ ਜੀ ਦੇ ਪਾਵਨ ਜੀਵਨ ਦੇ ਦਰਸ਼ਨ ਕਰਦੇ ਹੋ। ਅੱਜ ਦੇ ਦੀਵਾਨ ਦੀ ਪ੍ਰਾਰੰਭਤਾ ਤੋਂ ਪਹਿਲੋਂ ਆਓ ਸਤਿਗੁਰ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਣਾ ਕਰੀਏ। ਆਪ ਸੰਗਤ ਆਸੀਸ ਬਖਸ਼ੋ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪ ਸਹਾਈ ਹੋਵਨ। ਮਨ ਬਿਰਤੀਆਂ ਕਰੋ ਇਕਾਗਰ ਅਦਬ ਪਿਆਰ ਸਤਿਕਾਰ ਸਹਿਤ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਸਿੱਖ ਸੰਗਤਾਂ ਨੇ ਸਤਿਗੁਰ ਮਹਾਰਾਜ ਜੀ ਦੀ ਬਖਸ਼ਿਸ਼ ਨੂੰ ਮਾਨਣਾ ਕੀਤਾ ਹੈ। ਪਾਵਨ ਬਾਣੀ ਦੇ ਬਚਨ ਹਨ ਕਿ ਉਹ ਥਾਂ ਭਾਗਾਂ ਵਾਲੀ ਹੈ ਜਿਸ ਥਾਂ ਦੇ ਉੱਤੇ ਸਤਿਗੁਰ ਮਹਾਰਾਜ ਜੀ ਚਰਨ ਪਾਉਂਦੇ ਨੇ। ਨਾਲ ਹੀ ਮਹਾਰਾਜ ਬਖਸ਼ਿਸ਼ ਕੀਤੀ ਕਿ ਉਹ ਜੀਵ, ਉਹ ਸਿੱਖ, ਉਹ ਜਗਿਆਸੂ, ਉਹਨਾਂ ਦੇ ਕਿੰਨੇ ਭਾਗ ਚੰਗੇ ਹਨ ਕਿ ਜਿਹੜੇ ਸਤਿਗੁਰ ਮਹਾਰਾਜ ਜੀ ਦੀ ਚਰਨਾਂ ਦੀ ਛੋਹ ਨੂੰ ਮਾਨਿਆ, ਜਿਨ੍ਹਾਂ ਨੇ ਸਤਿਗੁਰ ਮਹਾਰਾਜ ਜੀ ਦੇ ਪਾਵਨ ਸਰੂਪ ਦੇ ਦਰਸ਼ਨ ਕੀਤੇ, ਜਿਨ੍ਹਾਂ ਨੇ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਬਚਨਾਂ ਨੂੰ ਸੁਣਿਆ ਅਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਕੁਰਬਾਨ ਜਾਣ ਵਾਸਤੇ ਹਰ ਵੇਲੇ ਉਹ ਤਿਆਰ ਤਤਪਰ ਰਹੇ।
ਹਰ ਵੇਲੇ ਉਹਨਾਂ ਦੇ ਮਨ ਦੇ ਵਿੱਚ ਇਹ ਆਸਾ ਰਹਿਣੀ ਕਿ ਸੱਚੇ ਪਾਤਸ਼ਾਹ ਮਹਾਰਾਜ ਕਦ ਹੁਕਮ ਕਰਨ ਤੇ ਕਦੋਂ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਕੁਰਬਾਨ ਜਾ ਸਕੀਏ। ਸੇ ਜੰਤ ਪਏ ਹਰੇ ਆਵਲੇ, ਉਹਨਾਂ ਜਨਤਾਂ ਦੀ ਆਪਾਂ ਗੱਲ ਕਰਦੇ ਪਏ ਸੀ। ਪਿਛਲੇ ਦੀਵਾਨ ਦੇ ਵਿੱਚ ਆਪ ਜੀ ਨੇ ਭਾਈ ਕਨ੍ਹਈਆ ਸਾਹਿਬ ਜੀ ਦੇ ਜੀਵਨ ਨੂੰ ਸਰਵਣ ਕੀਤਾ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿਵੇਂ ਉਹਨਾਂ ਦੇ ਜੀਵਨ ਦੀ ਘਾੜਤ ਕੜੀ। ਇੱਕ ਹੋਰ ਗੁਰਮੁਖ ਪਿਆਰੇ ਜਿਨ੍ਹਾਂ ਦੇ ਵਾਸਤੇ ਇਤਿਹਾਸ ਦੇ ਬਚਨ ਨੇ ਕਿ ਜਿਨ ਕੇ ਸਮ ਨੈ ਸਿੱਖ ਕੋਈ, ਕਿ ਜਿਨ੍ਹਾਂ ਦੇ ਵਰਗਾ ਜੀਵਨ, ਜਿਨ੍ਹਾਂ ਦੇ ਵਰਗਾ ਬਲਿਦਾਨ, ਜਿਨ੍ਹਾਂ ਦੇ ਵਰਗੀ ਸ਼ਹਾਦਤ ਜਾਂ ਜਿਨ੍ਹਾਂ ਦੇ ਵਰਗੀ ਕੁਰਬਾਨੀ, ਜਿਨ੍ਹਾਂ ਦੇ ਵਰਗਾ ਪਰਿਵਾਰ ਦੇ ਵਿੱਚ, ਉਸ ਪਰਿਵਾਰ ਦੇ ਵਿੱਚ ਸਿੱਖੀ ਦੇ ਵਾਸਤੇ ਜਿਹੜਾ ਜਜ਼ਬਾ ਸੀ ਉਹ ਹੋਰ ਕਿਸੇ ਦੇ ਵਿੱਚ ਦੇਖਣ ਨੂੰ ਨਹੀਂ ਮਿਲਦਾ। ਉਹ ਹਨ ਸਤਿਕਾਰਯੋਗ ਭਾਈ ਮਨੀ ਸਿੰਘ ਸਾਹਿਬ ਜੀ। ਸਤਿਗੁਰੂ ਗੁਰੂ ਹਰਿਰਾਏ ਸਾਹਿਬ ਮਹਾਰਾਜ ਪਾਤਸ਼ਾਹ ਜੀ ਜਿਸ ਵੇਲੇ ਕੀਰਤਪੁਰ ਸਾਹਿਬ ਦੀ ਧਰਤੀ ਦੇ ਉੱਤੇ ਬਿਰਾਜਮਾਨ ਨੇ, ਭਾਈ ਮਨੀ ਸਿੰਘ ਸਾਹਿਬ ਜੀ ਦੇ ਪਿਤਾ ਭਾਈ ਮਾਈ ਦਾਸ ਜੀ ਹਨ। ਭਾਈ ਮਾਈ ਦਾਸ ਆਪਣੇ ਪੁੱਤਰ ਨੂੰ ਜਿਸ ਵੇਲੇ ਸਤਿਗੁਰ ਮਹਾਰਾਜ ਜੀ ਦੀ ਸ਼ਰਨ ਵਿੱਚ ਲੈ ਕੇ ਆਏ, ਉਸ ਵੇਲੇ ਭਾਈ ਮਨੀ ਸਿੰਘ ਜੀ, ਉਹਨਾਂ ਦਾ ਵੈਸੇ ਉਸ ਵੇਲੇ ਨਾਮ ਸੀ ਮਨੀਆਂ, ਉਸ ਵੇਲੇ ਉਹਨਾਂ ਦੀ ਉਮਰ ਜਿਹੜੀ ਸੀ ਸਰੀਰਕ ਉਮਰ 13 ਸਾਲ ਦੀ ਹੈ। 13 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਸਭ ਤੋਂ ਪਹਿਲਾਂ ਦਰਸ਼ਨ ਕੀਤੇ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੀ ਚਰਨ ਉਹਨਾਂ ਨੂੰ ਛੋਹ ਪ੍ਰਾਪਤ ਹੋਈ। ਭਾਈ ਮਾਈ ਦਾਸ ਆ ਕੇ ਨਮਸਕਾਰ ਕੀਤੀ। ਪੁੱਤਰ ਮਨੀਆਂ ਜੀ ਨਮਸਕਾਰ ਕਰਦੇ ਆ। ਗੁਰੂ ਹਰਿਰਾਏ ਸਾਹਿਬ ਮਹਾਰਾਜ ਮਾਈ ਦਾਸ ਨੂੰ ਪੁੱਛਦੇ ਨੇ ਕਿ ਪੁੱਤਰ ਦਾ ਨਾਮ ਕੀ ਹੈ, ਤੇ ਭਾਈ ਮਾਈ ਦਾਸ ਜੀ ਹੱਥ ਜੋੜ ਕੇ ਆਖਦੇ ਨੇ ਸੱਚੇ ਪਾਤਸ਼ਾਹ ਇਹਨਾਂ ਦਾ ਨਾਮ ਪੁੱਤਰ ਦਾ ਮਨੀਆਂ ਅਸੀਂ ਰੱਖਿਆ ਹੈ। ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਅਸੀਸ ਦੇ ਕੇ ਆਖਿਆ ਮਨੀਆਂ ਹੋਏਗਾ ਗੁਨੀਆਂ। ਮਹਾਰਾਜ ਨੇ ਕਿਹਾ ਕਿ ਇਹ ਤਾਂ ਗੁਨਾਹ ਦੀ ਖਾਨ ਹੋਵੇਗਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅਸੀਸ ਸੀ ਇਹ ਕਿ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਤੋਂ ਬਾਅਦ ਵਿੱਚ ਗੁਰੂ ਹਰਕ੍ਰਿਸ਼ਨ ਮਹਾਰਾਜ, ਉਹਨਾਂ ਦੇ ਨਾਲ ਵੀ ਭਾਈ ਮਨੀਆਂ ਜੀ ਜਿਹੜੇ ਸਨ ਉਹ ਦਿੱਲੀ ਵਿਖੇ ਗਏ। ਦਿੱਲੀ ਦੀ ਧਰਤੀ 'ਤੇ ਹੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਰੀਰ ਦਾ ਜਿਨ੍ਹਾਂ ਨੇ ਸੰਸਕਾਰ ਕੀਤਾ ਭਾਈ ਲੱਖੀ ਸ਼ਾਹ ਬੰਜਾਰਾ, ਉਹਨਾਂ ਦੀ ਬੇਟੀ ਜਿਨ੍ਹਾਂ ਦਾ ਨਾਮ ਸੀ ਸੀਤੋ ਬਾਈ। ਬੀਬੀ ਸੀਤੋ ਬਾਈ ਦੇ ਨਾਲ 15 ਸਾਲ ਦੀ ਉਮਰ ਦੇ ਵਿੱਚ ਭਾਈ ਮਨੀ ਸਿੰਘ ਜੀ ਦਾ, ਮਨੀਆਂ ਜੀ ਦਾ ਜਿਹੜਾ ਹੈ ਉਹ ਵਿਆਹ ਆਨੰਦ ਕਾਰਜ ਹੋਣਾ ਹੋਇਆ। ਸਤਿਗੁਰ ਮਹਾਰਾਜ ਗੁਰੂ ਹਰਕ੍ਰਿਸ਼ਨ ਜੀ ਜੋਤੀ ਜੋਤ ਜਿਸ ਵੇਲੇ ਸਮਾਉਂਦੇ ਨੇ ਤੇ ਉਸ ਵੇਲੇ ਭਾਈ ਮਨੀਆਂ, ਭਾਈ ਮਨੀ ਸਿੰਘ ਜੀ ਦੀ ਸਰੀਰਕ ਉਮਰ ਜਿਹੜੀ ਹੈ ਉਹ 20 ਸਾਲ ਦੀ ਹੈ। 20 ਸਾਲ ਦੀ ਉਮਰ ਦੇ ਵਿੱਚ ਪਰਿਵਾਰ ਸਹਿਤ ਫਿਰੇ ਸਤਿਗੁਰ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਬਾਬਾ ਬਕਾਲਾ ਸਾਹਿਬ ਵੀ ਆਏ। ਤੇ ਬਾਬੇ ਬਕਾਲੇ ਦੀ ਧਰਤੀ ਤੋਂ ਬਾਅਦ ਵਿੱਚ ਜਿਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਨੰਦਪੁਰ ਸਾਹਿਬ ਵਸਾਉਂਦੇ ਨੇ ਤੇ ਉਸ ਸਮੇਂ ਤੋਂ ਲੈ ਕੇ ਆਨੰਦਪੁਰ ਸਾਹਿਬ ਛੱਡਣ ਤੱਕ 1704 ਤੱਕ, 1665 ਤੋਂ ਲੈ ਕੇ 1704 ਤੱਕ ਭਾਈ ਮਨੀ ਸਿੰਘ ਜਿਹੜੇ ਹਨ ਉਹ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੀ ਰਹੇ। ਇਤਿਹਾਸ ਆਖਦਾ ਹੈ ਕਿ ਭਾਈ ਮਨੀ ਸਿੰਘ ਜੀ ਦਾ ਘਰ ਐਸਾ ਹੈ ਕਿ ਜਿਨ੍ਹਾਂ ਵਿੱਚ ਸ਼ਹੀਦ ਬਹੁਤ ਪੈਦਾ ਹੋਏ, ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ। ਭਾਈ ਮਨੀ ਸਿੰਘ ਸਾਹਿਬ ਜੀ 11 ਭਰਾ ਨੇ ਤੇ 11 ਦੇ ਵਿੱਚੋਂ ਇੱਕ ਭਰਾ ਦਾ ਨਾਮ ਹੈ ਅਮਰਚੰਦ, ਜਿਹੜੇ ਬਚਪਨ ਦੇ ਵਿੱਚ ਕਿਸੇ ਬਿਮਾਰੀ ਦੇ ਕਰਕੇ ਉਹਨਾਂ ਦੀ ਮੌਤ ਅਕਾਲ ਚਲਾਣਾ ਹੋਇਆ। ਪਰ ਭਾਈ ਮਨੀ ਸਿੰਘ ਸਾਹਿਬ ਜੀ 10 ਭਰਾ ਜਿਹੜੇ ਨੇ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਹੈ। 10 ਭਰਾਵਾਂ ਦੇ ਵਿੱਚੋਂ ਅਸੀਂ ਜਿਵੇਂ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਹੁੰਦੀ ਹੈ 1734 ਦੇ ਵਿੱਚ ਜੂਨ ਦੇ ਮਹੀਨੇ ਲਾਹੌਰ ਦੇ ਨਖਾਸ ਚੌਂਕ ਦੇ ਅੰਦਰ, ਉੱਥੇ ਨਾਲ ਹੀ ਭਾਈ ਮਨੀ ਸਿੰਘ ਜੀ ਦੇ ਨਾਲ ਭਾਈ ਜਗਤ ਸਿੰਘ ਜੀ ਸ਼ਹੀਦ ਹੁੰਦੇ ਨੇ। ਭਾਈ ਮਨੀ ਸਿੰਘ ਜੀ ਦੇ ਭਰਾਤਾ ਸਨ ਜਿਹੜੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਨਮੁਖ ਚਾਂਦਨੀ ਚੌਂਕ ਦੇ ਅੰਦਰ ਦੇਗ 'ਚ ਉਬਾਲ ਕੇ ਸ਼ਹੀਦ ਕੀਤਾ ਗਿਆ। ਭਾਈ ਦਿਆਲਾ ਜੀ ਉਹ ਵੀ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਸਨਮੁਖ ਹੋਏ ਸ਼ਹੀਦਾਂ ਵਿੱਚੋਂ ਨੇ ਤੇ ਭਾਈ ਮਨੀ ਸਿੰਘ ਜੀ ਦੇ ਸਕੇ ਭਰਾ ਨੇ। ਭਾਈ ਮਨੀ ਸਿੰਘ ਜੀ ਦੇ ਇੱਕ ਭਰਾ ਨੇ ਜਿਨ੍ਹਾਂ ਦਾ ਨਾਂ ਸੀ ਹਰੀ ਚੰਦ। ਇਹ 20 ਜੁਲਾਈ 1688 ਨੂੰ 20 ਜੁਲਾਈ
1688 ਨੂੰ ਜਿਸ ਵੇਲੇ ਸਤਿਗੁਰ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲੀ ਜੰਗ ਲੜੀ, ਭੰਗਾਣੀ ਦਾ ਯੁੱਧ ਹੁੰਦਾ ਹੈ, ਉਸ ਯੁੱਧ ਦੇ ਵਿੱਚ ਇਹ ਸ਼ਹੀਦ ਹੋਏ। ਭਾਈ ਸੋਹਨ ਚੰਦ ਜੀ 20 ਮਾਰਚ 1690 ਨੂੰ ਸ਼ਹੀਦ ਹੁੰਦੇ ਨੇ, ਜਦੋਂ ਨਦੌਣ ਦੀ ਜੰਗ ਹੁੰਦੀ ਹੈ। ਹਿਮਾਚਲ ਦੇ ਅੰਦਰ ਇਲਾਕਾ ਹੈ ਨਦੌਣ, ਉਸ ਜੰਗ ਦੇ ਵਿੱਚ ਜਿਹੜੇ ਨੇ ਭਾਈ ਸੋਹਨ ਚੰਦ ਜੀ ਭਾਈ ਮਨੀ ਸਿੰਘ ਦੇ ਭਰਾਤਾ ਸ਼ਹੀਦ ਹੁੰਦੇ ਨੇ ਸਨ 1690 ਦੇ ਅੰਦਰ, 20 ਮਾਰਚ 1690 ਨੂੰ। ਭਾਈ ਲਹਿਣਾ ਜੀ ਜਿਹੜੇ ਨੇ, ਲਹਿਣਾ ਸਿੰਘ ਨੇ 20 ਮਾਰਚ 1691 ਨੂੰ ਗੁਲੇਰ ਦੀ ਜੰਗ ਦੇ ਵਿੱਚ ਸ਼ਹੀਦ ਹੁੰਦੇ ਨੇ। ਭਾਈ ਦਾਨ ਸਿੰਘ ਜਿਹੜੇ ਭਾਈ ਮਨੀ ਸਿੰਘ ਜੀ ਦੇ ਭਰਾਤਾ ਨੇ, ਉਹ ਚਮਕੌਰ ਦੀ ਜੰਗ ਦੇ ਅੰਦਰ ਸਾਹਿਬਜ਼ਾਦਾ ਜੁਝਾਰ ਸਿੰਘ ਜਿਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਸੀ, ਸੱਚੇ ਪਾਤਸ਼ਾਹ ਮੈਂ ਵੀ ਸਾਹਿਬਜ਼ਾਦਾ ਅਜੀਤ ਸਿੰਘ ਆਪਣੇ ਵੱਡੇ ਭਰਾ ਵਾਂਗੂ ਜੰਗ ਦੇ ਵਿੱਚ ਜਾ ਕੇ ਸ਼ਹੀਦੀ ਪ੍ਰਾਪਤ ਕਰਨਾ ਚਾਹੁੰਦਾ ਹਾਂ, ਜੰਗ ਦੇ ਵਿੱਚ ਜਾ ਕੇ ਦੁਸ਼ਮਣਾਂ ਦੇ ਨਾਲ ਲੋਹਾ ਲੈਣਾ ਚਾਹੁੰਦਾ ਹੈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਵੇਲੇ ਕਿਹਾ ਸੀ ਕਿ ਖਾਹਿਸ਼ ਹੈ ਤੁਮੇ ਤੀਗ ਚਲਾਤੇ ਹੋਏ ਦੇਖੇ, ਆਂਖ ਸੇ ਬਰਸ਼ੀ ਤੁਮੇ ਖਾਤੇ ਹੋਏ ਦੇਖੇ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪ ਤਿਆਰ ਕਰਕੇ ਜਦੋਂ ਭੇਜਿਆ, ਤੇ ਪੰਜਾਂ ਸਿੰਘਾਂ ਦਾ ਜਿਸ ਵੇਲੇ ਭਾਈ ਜੁਝਾਰ ਸਿੰਘ ਸਾਹਿਬਜ਼ਾਦਾ ਸਤਿਗੁਰ ਮਹਾਰਾਜ ਜੀ ਦੇ ਦੂਸਰੇ ਸਪੁੱਤਰ ਬਾਬਾ ਜੁਝਾਰ ਸਿੰਘ ਜੀ ਦੇ ਨਾਲ ਜੱਥਾ ਜਿਹੜਾ ਗਿਆ, ਉਹਨਾਂ ਵਿੱਚ ਭਾਈ ਦਾਨ ਸਿੰਘ ਜਿਹੜੇ ਸਨ ਉਹ ਵੀ ਭਾਈ ਮਨੀ ਸਿੰਘ ਦੇ ਭਰਾਤਾ ਸਨ, ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ, ਚਮਕੌਰ ਦੇ ਸ਼ਹੀਦ ਨੇ। ਭਾਈ ਰਾਏ ਸਿੰਘ ਜਿਸ ਵੇਲੇ ਸਤਿਗੁਰ ਮਹਾਰਾਜ ਜੀ ਦੀ ਚਮਕੌਰ ਦੀ ਗੜੀ ਤੋਂ ਛੱਡਣ ਤੋਂ ਬਾਅਦ ਵਿੱਚ ਸਤਿਗੁਰ ਮਹਾਰਾਜ ਜੀ ਦੀ ਅਖੀਰਲੀ ਜੰਗ ਹੁੰਦੀ ਹੈ ਖਿਦਰਾਣੇ ਦੀ ਢਾਬ ਦੇ ਉੱਪਰ, ਮੁਕਤਸਰ ਦੇ ਅੰਦਰ ਉਹ ਅਸਥਾਨ ਹੈ ਖਿਦਰਾਣੇ ਦੀ ਢਾਬ, ਜਿੱਥੇ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਤੇ ਵਜ਼ੀਰ ਖਾਨ ਦੇ ਨਾਲ ਆਖਰੀ ਜੰਗ ਮਹਾਰਾਜ ਜੀ ਨੇ ਕੀਤੀ। ਉਸ ਜੰਗ ਦੇ ਵਿੱਚ ਭਾਈ ਰਾਏ ਸਿੰਘ ਜਿਹੜੇ ਸਨ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਸਨ 1705 ਦੇ ਅੰਦਰ ਖਿਦਰਾਣੇ ਦੀ ਢਾਬ ਮੁਕਤਸਰ ਦੇ ਅੰਦਰ। ਭਾਈ ਮਨੀ ਸਿੰਘ ਜੀ ਦੇ ਭਰਾਤਾ ਨੇ ਜਿਨ੍ਹਾਂ ਦਾ ਨਾਮ ਹੈ ਭਾਈ ਮਾਨ ਸਿੰਘ, ਜਿਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਤਲਵੰਡੀ ਸਾਬੋ ਦੇ ਅਸਥਾਨ ਤੋਂ ਦੱਖਣ ਵਾਲੇ ਪਾਸੇ ਹਜੂਰ ਸਾਹਿਬ ਵਾਲੇ ਪਾਸੇ ਗਏ ਤੇ ਮਹਾਰਾਜ ਚਤੌੜ ਜਾਂਦੇ ਨੇ। ਚਤੌੜ ਦੇ ਕਿਲੇ ਦੇ ਅੰਦਰ ਭਾਈ ਮਾਨ ਸਿੰਘ ਜਿਹੜੇ ਨਿਸ਼ਾਨਚੀ ਸੀ ਸਤਿਗੁਰੂ ਮਹਾਰਾਜ ਜੀ ਦੇ, ਉਹਨਾਂ ਦੀ ਉਸ ਝੜਪ ਦੇ ਵਿੱਚ 1708 ਦੇ ਵਿੱਚ ਚਤੌੜ ਦੇ ਕਿਲੇ ਦੇ ਅੰਦਰ ਜਿਹੜੀ ਝੜਪ ਹੋਈ, ਉੱਥੇ ਭਾਈ ਮਾਨ ਸਿੰਘ ਜੀ ਦੀ ਸ਼ਹਾਦਤ ਹੁੰਦੀ ਏ। ਇਹ ਵੀ ਭਾਈ ਮਨੀ ਸਿੰਘ ਜੀ ਦੇ ਭਰਾਤਾ ਨੇ। ਭਾਈ ਮਨੀ ਸਿੰਘ ਜੀ ਦੇ ਭਰਾਤਾ ਨੇ ਭਾਈ ਜੇਠਾ ਸਿੰਘ ਤੇ ਭਾਈ ਰੂਪ ਸਿੰਘ, ਇਹਨਾਂ ਦੀ ਸ਼ਹਾਦਤ ਹੁੰਦੀ ਏ ਜਿਸ ਵੇਲੇ ਬਾਦਸ਼ਾਹ ਬਹਾਦਰ ਸ਼ਾਹ ਗੱਦੀ ਦੇ ਉੱਤੇ ਬੈਠਿਆ ਸੀ ਤੇ ਉਹਨੇ ਹੁਕਮ ਕਰ ਦਿੱਤਾ ਸੀ ਕਿ ਕੁੱਤੇ ਖਤਮ ਕਰ ਦਿਓ। ਤੇ ਉਸ ਵੇਲੇ ਕਹਿੰਦੇ ਨੇ ਕਿ ਲਾਹੌਰ ਦੇ ਵਿੱਚ ਜਿਹੜੇ ਮੁਗਲ ਸਿਪਾਹੀ ਸੀ ਉਹਨਾਂ ਨੇ ਲਾਹੌਰ 'ਚੋਂ ਕੁੱਤੇ ਮਾਰ ਦਿੱਤੇ। ਫਿਰ ਬਹਾਦਰ ਸ਼ਾਹ ਨੇ ਇਹ ਗੱਲ ਕਹੀ ਸੀ, ਕਿਉਂਕਿ ਬਹਾਦਰ ਸ਼ਾਹ ਪਹਿਲੋਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸ਼ਰਨ ਵਿੱਚ ਗਿਆ ਕਿ ਮੈਨੂੰ ਤਖਤ ਤੇ ਬਿਠਾ ਦਿਓ, ਬਾਅਦ ਵਿੱਚ ਇਹ ਸਿੱਖਾਂ ਦੇ ਵਿਰੋਧ ਦੇ ਵਿੱਚ ਚਲੇ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਵਿੱਚ ਬਹਾਦਰ ਸ਼ਾਹ ਨੇ ਸਿੱਖਾਂ ਦੇ ਉੱਤੇ ਬਹੁਤ ਅਤਿਆਚਾਰ ਕੀਤੇ। ਅੱਲੋਵਾਲ ਦੇ ਅੰਦਰ 40 ਸਿੰਘ ਜਿਹੜੇ ਸਨ ਜਿਨ੍ਹਾਂ ਨੂੰ ਜਿਉਂਦਿਆਂ ਮਿੱਟੀ ਦੇ ਵਿੱਚ ਟੋਆ ਪੁੱਟ ਕੇ ਉਹਦੇ ਵਿੱਚ ਜਿਉਂਦਿਆਂ ਸੁੱਟ ਦਿੱਤਾ ਗਿਆ ਤੇ ਉੱਤੇ ਮਿੱਟੀ ਪਾ ਦਿੱਤੀ ਗਈ ਤੇ 40 ਸਿੰਘਾਂ ਨੂੰ ਸ਼ਹੀਦ ਕੀਤਾ ਗਿਆ। ਲਾਹੌਰ ਆਲੋਵਾਲ ਦੇ ਸ਼ਹੀਦ ਨੇ, ਇਹਨਾਂ ਨੂੰ ਵੀ 40 ਸ਼ਹੀਦ 40 ਮੁਕਤੇ ਆਖਦੇ ਨੇ। ਇਸ 40 ਦੇ ਅੰਦਰ ਭਾਈ ਜੇਠਾ ਸਿੰਘ ਤੇ ਭਾਈ ਰੂਪ ਸਿੰਘ ਭਾਈ ਮਨੀ ਸਿੰਘ ਦੇ ਭਰਾਤਾ ਜਿਹੜੇ ਸਨ 11 ਅਕਤੂਬਰ 1711 ਨੂੰ ਇਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ। ਹੁਣ 10 ਭਰਾ ਸ਼ਹੀਦ ਨੇ, 11 ਦੇ ਵਿੱਚੋਂ 10 ਦੀ ਸ਼ਹਾਦਤ ਦਾ ਜਾਮ ਪੀਤਾ ਹੈ। ਦੂਸਰੇ ਪਾਸੇ ਭਾਈ ਮਨੀ ਸਿੰਘ ਜੀ ਦੇ 10 ਪੁੱਤਰ ਨੇ ਤੇ 10 ਪੁੱਤਰਾਂ ਦੇ ਵਿੱਚੋਂ 7 ਪੁੱਤਰਾਂ ਨੇ ਸ਼ਹਾਦਤ ਦਾ ਜਾਮ ਪੀਤਾ ਹੈ। ਸਾਡੀ ਮਨ ਦੀ ਦਸ਼ਾ ਇਵੇਂ ਦੀ ਇਹ ਸਾਧ ਸੰਗਤ ਕਿ ਘਰ ਦੇ ਵਿੱਚ ਥੋੜ੍ਹਾ ਬਹੁਤ ਕੋਈ ਦੁੱਖ ਹੋਵੇ, ਕੋਈ ਕਲੇਸ਼ ਹੋ ਜਾਏ, ਝਗੜਾ ਹੋ ਜਾਏ ਤੇ ਅਸੀਂ ਰੋਜ਼ਾਨਾ ਗੁਰੂ ਘਰੇ ਜਾਂਦੇ ਹੋਈਏ ਤੇ ਅਸੀਂ ਕਹਿੰਦੇ ਹਾਂ ਕਿ ਜੀ ਦੇਖੋ ਕੀ ਫਾਇਦਾ ਗੁਰੂ ਘਰੇ ਜਾਣ ਦਾ ਕਿ ਸਾਡੇ ਘਰ ਦੇ ਵਿੱਚ ਦੁੱਖ ਬਿਮਾਰੀ ਕਲੇਸ਼ ਤਾਂ ਮੁੱਕਦਾ ਕੋਈ ਨਹੀਂ, ਅਸੀਂ ਅਜੇ ਵੀ ਦੁੱਖਾਂ ਦੇ ਵਿੱਚ ਫਸੇ ਹੋਏ ਹਾਂ। ਅਸੀਂ ਗੁਰੂ ਘਰੇ ਜਾਣਾ ਛੱਡਦੇ ਹਾਂ, ਅਸੀਂ ਬਾਣੀ ਪੜ੍ਹਨੀ ਛੱਡ ਦਿੰਦੇ ਹਾਂ, ਅਸੀਂ ਸੰਗਤ ਕਰਨੀ ਛੱਡ ਦਿੰਦੇ ਹਾਂ। ਹਾਲਾਂਕਿ ਸਾਨੂੰ ਇਸ ਗੱਲ ਦਾ ਨਹੀਂ ਪਤਾ
ਕਿ ਸੰਗਤ ਕੀਤਿਆਂ ਜਿਹੜਾ ਬਹੁਤਾ ਵੱਡਾ ਦੁੱਖ ਆਉਣਾ ਸੀ ਉਹ ਛੋਟਾ ਹੋ ਕਰਕੇ ਸਾਡੇ ਤੱਕ ਪਹੁੰਚਿਆ। ਜਿਹੜੀ ਬਹੁਤੀ ਵੱਡੀ ਬਿਮਾਰੀ, ਦੁੱਖ ਜਾਂ ਤਕਲੀਫ ਸਾਡੇ ਤੱਕ ਆਉਣੀ ਸੀ, ਜੇ ਅਸੀਂ ਸੰਗਤ ਕਰਦੇ ਹਾਂ ਤੇ ਉਸ ਦੇ ਕਰਕੇ ਹੀ ਅਸੀਂ ਬਚੇ ਆਉਂਦੇ ਹਾਂ। ਵੱਡੇ ਦੁੱਖ ਨੇ ਛੋਟਾ ਹੋ ਕਰਕੇ ਮਿਲਦਾ। ਜਿਵੇਂ ਵਿਦਵਾਨ ਕਹਿੰਦੇ ਨੇ ਕਿ ਸੂਲੀ ਜਿਹੜੀ ਹੈ ਉਹ ਸੂਲ ਬਣ ਜਾਂਦੀ ਆ। ਭਾਈ ਮਨੀ ਸਿੰਘ ਸਾਹਿਬ ਜੀ 10 ਭਰਾ ਸ਼ਹੀਦ ਨੇ, 7 ਪੁੱਤਰ ਸ਼ਹੀਦ ਨੇ, ਪਰ ਉਹਨਾਂ ਨੇ ਇੱਕ ਵਾਰੀ ਨਹੀਂ ਕਿਹਾ ਕਿ ਮੈਂ ਜਿਹੜਾ ਹੈ ਗੁਰੂ ਘਰ ਨੂੰ ਛੱਡਿਆ, ਮੈਂ ਬਾਣੀ ਪੜ੍ਹਨੀ ਛੱਡੀ। ਕਿਉਂਕਿ ਅਖੀਰ 1734 ਦੇ ਵਿੱਚ ਭਾਈ ਮਨੀ ਸਿੰਘ ਸਾਹਿਬ ਜੀ ਦੀ ਸ਼ਹਾਦਤ ਹੋਣੀ ਹੈ। ਤੇ ਭਾਈ ਮਨੀ ਸਿੰਘ ਦੇ 7 ਪੁੱਤਰ ਜਿਹੜੇ, ਜਿਨ੍ਹਾਂ ਵਿੱਚੋਂ ਖਾਸ ਕਰਕੇ ਭਾਈ ਬਚਿੱਤਰ ਸਿੰਘ, ਜਦੋਂ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਹੋਲਗੜ੍ਹ ਦੇ ਕਿਲ੍ਹੇ ਦੇ ਵਿੱਚ ਸਨ ਤੇ ਉਦੋਂ ਜਿਹੜੀਆਂ ਪਹਾੜੀ ਫੌਜ ਸਨ, ਉਹਨਾਂ ਨੇ ਇੱਕ ਹਾਥੀ ਨੂੰ ਸ਼ਰਾਬ ਪਿਲਾ ਕਰਕੇ ਤੇ ਉਹਨਾਂ ਨੇ ਉਹ ਹਾਥੀ ਦੇ ਰਾਹੀਂ ਕਿਲ੍ਹੇ ਦੇ ਦਰਵਾਜ਼ੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਸਤਿਗੁਰੂ ਮਹਾਰਾਜ ਜੀ ਨੂੰ ਖਬਰ ਮਿਲੀ। ਮਹਾਰਾਜ ਕਹਿੰਦੇ ਸਾਡਾ ਭੀਮ ਚੰਦ ਹੈ, ਕਿਉਂਕਿ ਲਾਂਗਰੀ ਸੀ ਭੀਮ ਚੰਦ ਤੇ ਉਹ ਸਰੀਰਕ ਪੱਖੋਂ ਬਹੁਤ ਤਕੜਾ ਸੀ। ਭੀਮ ਚੰਦ ਨੂੰ ਜਦੋਂ ਪਤਾ ਲੱਗਿਆ ਕਿ ਹਾਥੀ ਨਾਲ ਲੜਾਉਣ ਦੀ ਮਹਾਰਾਜ ਨੇ ਗੱਲ ਕਹੀ, ਉਹ ਕੰਧ ਟੱਪ ਕੇ ਭੱਜ ਗਿਆ। ਮਹਾਰਾਜ ਜੀ ਨੇ ਭਾਈ ਬਚਿੱਤਰ ਸਿੰਘ ਨੂੰ ਥਾਪੜਾ ਦਿੱਤਾ, ਨਾਗਨੀ ਬਰਸ਼ੀ ਦਿੱਤੀ, ਜਿਹਦੇ ਦਰਸ਼ਨ ਅਸੀਂ ਅੱਜ ਵੀ ਅਨੰਦਪੁਰ ਸਾਹਿਬ ਜੀ ਦੇ ਤਖਤ ਦੇ ਉੱਪਰ ਕਰਦੇ ਹਾਂ। ਉਹ ਨਾਗਨੀ ਬਰਸ਼ੀ ਦੇ ਨਾਲ ਭਾਈ ਬਚਿੱਤਰ ਸਿੰਘ ਜਿਹੜੇ ਸਨ, ਭਾਈ ਉਦੇ ਸਿੰਘ ਜਿਹੜੇ ਸੀ, ਉਹਨਾਂ ਨੇ ਉਹ ਮਸਤ ਹਾਥੀ ਦਾ ਮੁਕਾਬਲਾ ਕੀਤਾ। ਉਹ ਮਸਤ ਹਾਥੀ ਦੇ ਜਿਹੜਾ ਸੀ ਉਹ ਮੱਥੇ ਦੇ ਵਿੱਚ ਭਾਈ ਬਚਿੱਤਰ ਸਿੰਘ ਨੇ ਉਹ ਨਾਗਨੀ ਬਰਸ਼ੀ ਮਾਰੀ, ਜਿਹਦੇ ਕਰਕੇ ਉਹਨੇ ਪਿੱਛੇ ਜਾ ਕੇ ਫੌਜ ਨੂੰ ਲਤਾੜ ਦਿੱਤਾ। ਕੇਸਰੀ ਚੰਦ ਜਿਹੜਾ ਰਾਜਾ ਸੀ ਉਹ ਹਾਥੀ ਦੇ ਉੱਪਰ ਚੜਿਆ ਆਉਂਦਾ ਸੀ। ਭਾਈ ਉਦੇ ਸਿੰਘ ਜਿਹੜੇ ਭਾਈ ਬਚਿੱਤਰ ਸਿੰਘ ਦੇ ਭਰਾ ਨੇ, ਭਾਈ ਮਨੀ ਸਿੰਘ ਜੀ ਦੇ ਸਪੁੱਤਰ ਨੇ, ਹਾਥੀ ਦੀ ਪੂਛ ਫੜੀ, ਉੱਪਰ ਚੜ੍ਹ ਕੇ ਤੇ ਕੇਸਰੀ ਚੰਦ ਦਾ ਸਿਰ ਵੱਢ ਕੇ ਲੈ ਕੇ ਆਏ ਸੀ। ਭਾਈ ਬਚਿੱਤਰ ਸਿੰਘ ਦੀ ਸ਼ਹਾਦਤ ਫਿਰ 1704 ਸਰਸਾਂ ਦੇ ਪਾਰਲੇ ਬੰਨੇ ਮਲਕਪੁਰ ਰੰਗੜਾਂ ਦੇ ਅੰਦਰ ਹੋਈ ਸੀ। ਭਾਈ ਉਦੇ ਸਿੰਘ ਭਾਈ ਮਨੀ ਸਿੰਘ ਦੇ ਸਪੁੱਤਰ ਨੇ, ਜਿਨ੍ਹਾਂ ਦੀ ਸ਼ਹਾਦਤ ਸਰਸਾਂ ਦੇ ਉਰਲੇ ਬੰਨੇ ਜਿਹੜਾ ਸੀ, ਜਿੱਥੇ ਚਮਕੌਰ ਵਾਲੇ ਪਾਸੇ ਨਹੀਂ, ਆਨੰਦਪੁਰ ਸਾਹਿਬ ਵਾਲੇ ਪਾਸੇ ਵਾਲਾ ਬੰਨਾ ਜਿਹੜਾ ਹੈ, ਉਸ ਪਾਸੇ ਭਾਈ ਉਦੇ ਸਿੰਘ ਦੀ ਸ਼ਹਾਦਤ ਹੁੰਦੀ ਏ ਤੇ ਸਰਸਾਂ ਦੇ ਪਾਰਲੇ ਬੰਨੇ ਰੋਪੜ ਵਾਲੇ ਪਾਸੇ ਭਾਈ ਬਚਿੱਤਰ ਸਿੰਘ ਦੀ ਸ਼ਹਾਦਤ ਹੋਈ 1704 ਦੇ ਵਿੱਚ। ਭਾਈ ਅਨਕ ਸਿੰਘ, ਅਜਬ ਸਿੰਘ ਤੇ ਅਜਾਇਬ ਸਿੰਘ, ਇਹ ਵੀ ਭਾਈ ਮਨੀ ਸਿੰਘ ਜੀ ਦੇ ਪੁੱਤਰ ਨੇ। ਭਾਈ ਅਨਕ ਸਿੰਘ, ਭਾਈ ਅਜਬ ਸਿੰਘ ਤੇ ਭਾਈ ਅਜਾਇਬ ਸਿੰਘ, ਇਹਨਾਂ ਦੀ ਤਿੰਨਾਂ ਦੀ ਸ਼ਹਾਦਤ ਜਿਹੜੀ ਹੈ ਉਹ ਚਮਕੌਰ ਦੀ ਗੜੀ ਦੇ ਅੰਦਰ ਹੋਈ ਹੈ। ਭਾਈ ਚਿੱਤਰ ਸਿੰਘ, ਭਾਈ ਗੁਰਬਖਸ਼ ਸਿੰਘ ਜਿਹੜੇ ਨੇ, ਇਹਨਾਂ ਨੇ ਵੀ ਜੰਗ ਦੇ ਵਿੱਚ ਸ਼ਹਾਦਤਾਂ ਪ੍ਰਾਪਤ ਕੀਤੀਆਂ ਹਨ। ਇਹ ਸਤਿਗੁਰ ਮਹਾਰਾਜ ਜੀ ਦੇ ਚਰਨ ਛੋਹ ਪ੍ਰਾਪਤ ਸਤਿਗੁਰੂ ਮਹਾਰਾਜ ਜੀ ਨੇ ਇੰਨਾ ਕੁ ਹਿਰਦਾ ਇਹਨਾਂ ਦਾ ਟਿਕਾ ਦਿੱਤਾ ਕਿ ਭਾਈ ਮਨੀ ਸਿੰਘ ਆਪ 10 ਭਰਾ ਸ਼ਹੀਦ ਹੋਏ ਤੇ ਭਾਈ ਮਨੀ ਸਿੰਘ ਜੀ ਦੇ 7 ਸਪੁੱਤਰ ਜਿਹੜੇ ਨੇ ਉਹਨਾਂ ਸ਼ਹਾਦਤ ਦਾ ਜਾਮ ਪੀਤਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਦੇ ਨੇ ਤੇ ਸਤਿਗੁਰ ਸੱਚੇ ਪਾਤਸ਼ਾਹ ਜਿਸ ਵੇਲੇ ਸਰਸਾਂ ਨੂੰ ਪਾਰ ਕੀਤਾ, ਉਸ ਵੇਲੇ ਭਾਈ ਮਨੀ ਸਿੰਘ ਜਿਹੜੇ ਸਨ ਉਹਨਾਂ ਦੇ ਨਾਲ ਗੁਰੂ ਕੇ ਮਹਿਲ ਗਏ। ਪਹਿਲਾਂ ਹਰਿਦੁਆਰ, ਉਸ ਤੋਂ ਬਾਅਦ ਵਿੱਚ ਦਿੱਲੀ ਜਾ ਕਰਕੇ ਇਹਨਾਂ ਨੇ ਟਿਕਾਣਾ ਕੀਤਾ। ਫਿਰ ਸਤਿਗੁਰੂ ਮਹਾਰਾਜ ਜੀ ਦੇ ਮਹਿਲ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬ ਕੌਰ ਜੀ ਜਿਹੜੇ ਸੀ, ਉਹ ਸਤਿਗੁਰੂ ਮਹਾਰਾਜ ਨੂੰ ਤਲਵੰਡੀ ਸਾਬੋ ਦੇ ਅਸਥਾਨ 'ਤੇ ਆ ਕੇ ਮਿਲੇ। ਭਾਈ ਮਨੀ ਸਿੰਘ ਜੀ ਉਸ ਵੇਲੇ ਤਲਵੰਡੀ ਸਾਬੋ ਨਾਲ ਆਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਉੱਥੇ ਹੀ ਮਾਤਾ ਜੀ ਨੇ ਪੁੱਛਿਆ ਸੀ ਕਿ ਮੇਰੇ ਪੁੱਤਰ ਕਿੱਥੇ ਨੇ, ਸਾਹਿਬਜ਼ਾਦੇ ਦਿਖਾਈ ਨਹੀਂ ਦਿੰਦੇ। ਮਹਾਰਾਜ ਨੇ ਉਸ ਵੇਲੇ ਕਿਹਾ ਸੀ ਕਿ ਇਨ ਪੁੱਤਰਨ ਕੇ ਸੀਸ ਪਰਿਵਾਰ ਦੀਆਂ ਸੁਤ ਚਾਰ ਮੁਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਸਿੱਖਾਂ ਵੱਲੇ ਇਸ਼ਾਰਾ ਕਰਕੇ ਕਿਹਾ ਸੀ ਕਿ ਇਹਨਾਂ ਪੁੱਤਰਾਂ ਦੇ ਤੋਂ ਅਸੀਂ ਆਪਣੇ ਜਿਹੜੇ ਪੁੱਤਰ ਵਾਰ ਕੇ ਆਏ ਹਾਂ ਤੇ ਇਹਨਾਂ ਨੂੰ ਹੁਣ ਆਪਣਾ ਅਸੀਂ ਪੁੱਤਰ ਜਾਣਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਦੁਬਾਰਾ ਸੰਪਾਦਨਾ ਕਰਾਈ, ਕਿਉਂਕਿ ਜਿਹੜਾ ਪਹਿਲਾ ਗ੍ਰੰਥ ਸੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ, ਜਿਸ ਦੀ ਸੰਪਾਦਨਾ ਭਾਈ ਗੁਰਦਾਸ ਸਾਹਿਬ ਜੀ ਤੋਂ ਕਰਾਉਣਾ ਕੀਤੀ ਸੀ, ਉਹ ਗ੍ਰੰਥ ਧੀਰ ਮੱਲੀਆਂ ਦੇ ਕੋਲ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਬੜਾ ਸਮਾਂ ਹੋ ਗਿਆ ਜੰਗਾਂ ਯੁੱਧਾਂ ਦੇ ਵਿੱਚ ਜਾਂਦਿਆਂ, ਆਪ ਕਿਰਪਾ ਕਰੋ ਇੱਕ ਵਾਰੀ ਬਾਣੀ ਦੇ ਦਰਸ਼ਨ ਕਰਾਓ, ਬਾਣੀ ਦੇ ਅਰਥ ਸੰਥਿਆ ਸਾਨੂੰ ਪੜ੍ਹਾਉਣਾ ਕਰੋ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਉਸ ਵੇਲੇ
ਭਾਈ ਮਨੀ ਸਿੰਘ ਜੀ ਤੋਂ ਜਿਹੜੀ ਸੀ ਬੀੜ, ਦਮਦਮੀ ਬੀੜ, ਜਿੰਦਾ ਅੱਜ ਹਰ ਗੁਰੂ ਘਰ ਦੇ ਵਿੱਚ ਪ੍ਰਕਾਸ਼ ਹੈ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਸ਼ਾਮਲ ਕਰਦਿਆਂ ਇਹ ਬੀੜ ਦੀ ਸੰਪੂਰਨਤਾ ਕਰਾਈ। ਕਲਮਾਂ ਤੇ ਸ਼ਾਹੀ ਦਾ ਜਿਹੜਾ ਪ੍ਰਬੰਧ ਸੀ ਉਹ ਸਿੰਘ ਸਾਹਿਬ ਬਾਬਾ ਦੀਪ ਸਿੰਘ ਜੀ ਮਹਾਰਾਜ ਕਰਦੇ ਰਹੇ। ਭਾਈ ਮਨੀ ਸਿੰਘ ਹੋਣਾ ਨੂੰ ਫਿਰ ਸਤਿਗੁਰੂ ਮਹਾਰਾਜ ਜੀ ਨੇ ਸੇਵਾ ਲਾ ਦਿੱਤੀ ਸੀ ਕਿ ਆਪ ਨੇ ਹੋਰ ਵੀ ਬਾਣੀ ਦੀਆਂ ਪੋਥੀਆਂ ਤਿਆਰ ਕਰਨੀਆਂ ਹਨ। ਫਿਰ ਸਤਿਗੁਰੂ ਮਹਾਰਾਜ ਪਾਤਸ਼ਾਹ ਜਿਸ ਵੇਲੇ ਦੱਖਣ ਨੂੰ ਜਾਂਦੇ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਭਾਈ ਮਨੀ ਸਿੰਘ ਗਏ। ਫਿਰ ਸਤਿਗੁਰੂ ਮਹਾਰਾਜ ਜੀ ਦੇ ਹੁਕਮ ਦੇ ਨਾਲ ਦਿੱਲੀ ਮਾਤਾ ਸਾਹਿਬ ਕੌਰ ਜੀ, ਮਾਤਾ ਸੁੰਦਰ ਕੌਰ ਜੀ ਦੀ ਸੇਵਾ ਦੇ ਵਿੱਚ ਰਹੇ। ਮਾਤਾ ਸੁੰਦਰ ਕੌਰ ਜੀ ਨੇ ਫਿਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਵਜੋਂ ਜਿਹੜਾ ਸੀ ਭਾਈ ਮਨੀ ਸਿੰਘ ਜੀ ਨੂੰ ਸੇਵਾ ਸੌਂਪੀ। ਇੱਥੇ ਹੀ ਫਿਰ ਸੰਨ 1734 ਵਿੱਚ ਦੀਵਾਲੀ ਦਾ ਸਮਾਗਮ ਕਰਨ ਵਾਸਤੇ ਇੱਕ ਜਿਹੜਾ ਸੀ ਖਾਲਸਾ ਪੰਥ ਦਾ ਇਕੱਠ ਹੋਣਾ ਸੀ। ਜ਼ਕਰੀਆ ਖਾਨ ਤੋਂ ਜਿਹੜੀ ਆਗਿਆ ਵੀ ਲਈ, ਉਹਨਾਂ ਨੂੰ ਕੁਝ ਪੈਸੇ ਦੇਣ ਦੀ ਵੀ ਗੱਲ ਕਹੀ ਕਿ ਪੈਸੇ ਵੀ ਦਿੱਤੇ ਜਾਣਗੇ, ਪਰ ਜ਼ਕਰੀਆ ਖਾਨ ਜਿਹੜਾ ਸੀ ਉਹਨੇ ਦੋ ਧਾਰੀ ਨੀਤੀ ਖੇਡਦਿਆਂ ਹੋਇਆਂ ਉਹਨੇ ਇੱਕ ਪਾਸੇ ਤਾਂ ਆਗਿਆ ਦੇ ਦਿੱਤੀ ਕਿ ਤੁਸੀਂ ਸਮਾਗਮ ਕਰ ਸਕਦੇ ਹੋ, ਦੂਸਰੇ ਪਾਸੇ ਫੌਜ ਤਿਆਰ ਕਰ ਦਿੱਤੀ ਕਿ ਫੌਜ ਦੇ ਰਾਹੀਂ ਜਿਹੜਾ ਹੈ ਕਿ ਇਹਨਾਂ ਸਿੱਖਾਂ ਦੇ ਉੱਤੇ ਹਮਲਾ ਕੀਤਾ ਜਾਏਗਾ ਤੇ ਇਹਨਾਂ ਦਾ ਨਾਮੋ ਨਿਸ਼ਾਨ ਖਤਮ ਕਰ ਦਾਂਗੇ। ਭਾਈ ਮਨੀ ਸਿੰਘ ਸਾਹਿਬ ਜੀ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਸਿੱਖਾਂ ਨੂੰ ਚਿੱਠੀਆਂ ਲਿਖ ਕੇ ਰੋਕ ਦਿੱਤਾ ਗਿਆ, ਸਮਾਗਮ ਵੀ ਨਾ ਹੋਇਆ। ਜ਼ਕਰੀਆ ਖਾਨ ਨੇ ਲਖਪਤ ਰਾਏ ਨੂੰ ਕਹਿ ਕੇ ਫੌਜ ਭੇਜ ਕੇ ਭਾਈ ਮਨੀ ਸਿੰਘ ਸਾਹਿਬ ਨੂੰ ਗ੍ਰਿਫਤਾਰ ਕਰਕੇ ਕਿਹਾ ਸੀ ਜਾਂ ਤੇ 5000 ਜੁਰਮਾਨਾ ਦੇਵੋ, ਨਹੀਂ ਤਾਂ ਤੁਹਾਨੂੰ ਸਜ਼ਾ ਦਿੱਤੀ ਜਾਏਗੀ। ਫਿਰ ਸਤਿਗੁਰੂ ਮਹਾਰਾਜ ਜੀ ਦੇ ਇਸ ਸਿੱਖ ਨੂੰ 90 ਸਾਲ ਦੀ ਉਮਰ ਦੇ ਵਿੱਚ ਭਾਈ ਮਨੀ ਸਿੰਘ ਨੂੰ ਨਿਖਾਸ ਚੌਂਕ ਲਾਹੌਰ ਦੇ ਅੰਦਰ ਹੁਕਮ ਹੋ ਗਿਆ ਕਿ ਇਹਨਾਂ ਦਾ ਬੰਦ ਕੱਟਿਆ ਜਾਏ। ਤੇ ਜਲਾਦ ਜਿਹੜਾ ਸੀ ਉਹ ਗੁੱਟ ਤੋਂ ਵੱਢਣ ਦੀ ਤਿਆਰੀ ਕਰਦਾ ਹੈ। ਭਾਈ ਮਨੀ ਸਿੰਘ ਕਹਿੰਦੇ ਨੇ ਤੇਰੇ ਬਾਦਸ਼ਾਹ ਨੇ ਹੁਕਮ ਦਿੱਤਾ ਹੈ। ਜ਼ਕਰੀਆ ਖਾਨ ਕਹਿੰਦਾ ਬੰਦ ਕੱਟੋ, ਬੰਦ ਗੁੱਟ ਤੋਂ ਨਹੀਂ, ਬੰਦ ਉਂਗਲ ਦੇ ਪੋਟਿਆਂ ਤੋਂ ਸ਼ੁਰੂ ਹੁੰਦਾ ਹੈ। ਜੇ ਤੂੰ ਵੱਢਣਾ ਹੀ ਹੈ ਤੇ ਇਸ ਤਰ੍ਹਾਂ ਵੱਢ ਜਿਵੇਂ ਤੇਰਾ ਮਾਲਕ ਤੈਨੂੰ ਹੁਕਮ ਦਿੰਦਾ ਹੈ। ਤੇ ਇਤਿਹਾਸ ਕਹਿੰਦਾ ਹੈ ਕਿ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਉਧਰੋਂ ਉਹਨਾਂ ਦੇ ਬੰਦ ਕੱਟਣੇ ਸ਼ੁਰੂ ਹੋਏ, ਉਧਰੋਂ ਉਹਨਾਂ ਨੇ ਬਾਣੀ ਪੜ੍ਹਨੀ ਆਰੰਭ ਕਰ ਦਿੱਤੀ। ਤੇ ਸਰੀਰ ਜਿਹੜਾ ਸੀ 72 ਵਾਰ ਉਹਨਾਂ ਦੇ ਸਰੀਰ ਦੇ ਜਿਹੜੇ ਜੁਆਇੰਟ ਨੇ, ਬੰਦ ਨੇ, ਉਹਨਾਂ ਦੇ ਉੱਤੇ ਟੋਕਾ ਚੱਲਿਆ, ਉਹਨਾਂ ਦੇ ਸਰੀਰ ਨੂੰ ਕੱਟਿਆ ਗਿਆ, ਟੋਕਰੇ ਦੇ ਵਿੱਚ ਬੰਦ ਪਾ ਦਿੱਤੇ ਗਏ। ਤੇ ਉਸ ਟੋਕਰੇ ਦੇ ਵਿੱਚ ਪਏ ਹੋਏ ਸਰੀਰ ਦੇ ਬੰਦ ਜਿਹੜੇ ਸਨ, ਸਰੀਰ ਦੇ ਟੁਕੜੇ ਜਿਹੜੇ ਸਨ, ਉਹਨਾਂ ਦੇ ਵਿੱਚੋਂ ਵੀ ਬਾਣੀ ਦੀ ਆਵਾਜ਼ ਆਉਂਦੀ ਪਈ ਸੀ। ਭਾਈ ਮਨੀ ਸਿੰਘ ਸਾਹਿਬ ਜਿਹੜੇ ਸਨ ਉਹਨਾਂ ਨੇ ਵੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਰਨ ਵਿੱਚ ਆਏ। ਜਿਸ ਵੇਲੇ ਸਤਿਗੁਰੂ ਮਹਾਰਾਜ ਜੀ ਨੇ ਨਗਰ ਵਸਾਉਣਾ ਕੀਤਾ ਸਨ 1665 ਤੋਂ ਲੈ ਕਰਕੇ ਲਗਾਤਾਰ ਫਿਰ 1704 ਤੱਕ ਉਹ ਸਤਿਗੁਰੂ ਮਹਾਰਾਜ ਜੀ ਦੀ ਸ਼ਰਨ ਵਿੱਚ ਰਹੇ, ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਨੂੰ ਮਾਨਿਆ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਰਨ ਨੂੰ ਮਾਨਿਆ। ਵਿਦਵਾਨ ਨੇ ਜਿਹੜੇ ਬਚਨ ਕਹੇ ਕਿ ਜਿਨ ਕੇ ਸਮ ਸਿੱਖ ਨਹੀਂ ਕੋਈ, ਉਹਨਾਂ ਦੇ ਵਰਗਾ ਹੋਰ ਕੋਈ ਸਿੱਖ ਐਸਾ ਨਹੀਂ। ਸੱਚੀ ਗੱਲ ਹੈ ਕਿ ਉਹਨਾਂ ਨੇ ਜੋ ਗੁਰੂ ਨੇ ਪੂਰਨੇ ਪਾਏ ਉਹਨਾਂ ਤੋਂ ਕੁਰਬਾਨ ਹੋ ਗਏ। ਜੋ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਗੁਰੂ ਦੇ ਬਚਨਾਂ 'ਤੇ ਉਹਨਾਂ ਨੇ ਜੀਵਨ ਨੂੰ ਕਮਾਉਣਾ ਕੀਤਾ, ਸ਼ਹਾਦਾਂ ਦੇ ਜਾਮ ਵੀ ਪੀਤੇ ਤੇ ਜੀਵਨ ਜਿਹੜਾ ਸੀ ਗੁਰੂ ਕੇ ਲੇਖੇ ਵਿੱਚ ਲਾ ਗਏ। ਇੱਥੋਂ ਤੱਕ ਇਤਿਹਾਸ ਆਪ ਜੀ ਨੇ ਸਰਵਣ ਕੀਤਾ। ਅਗਲੀਆਂ ਇਤਿਹਾਸ ਦੀਆਂ ਵਿਚਾਰਾਂ ਆਪਾਂ ਅਗਲੇ ਦੀਵਾਨਾਂ ਦੇ ਵਿੱਚ ਕਰਾਂਗੇ। ਆਓ ਅਖੀਰ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ, ਜਗਤ ਦੇ ਵਾਸਤੇ ਅਰਦਾਸ ਕਰੀਏ ਕਿ ਸਤਿਗੁਰੂ ਮਹਾਰਾਜ ਕਿਰਪਾ ਕਰੋ, ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਭਰੇ, ਤਿੱਤੇ ਲਿਹੁ ਉਭਾਰ, ਬੋਲਦੀਆਂ ਭੁੱਲਾਂ ਦੀ ਖਿਮਾ ਜੀ, ਬੁਲਾਓ ਫਤਿਹ ਅਸੀਸ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਕਰਨਾਉ ਨਿਤ ਆਵੇ ਤਾਏ। ਤੇਗ ਬਹਾਦਰ ਸਿਮਰਿਐ, ਕਰਨਾਉ